ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗੁਰੂ ਜੀ ਕਹਿੰਦੇ ਸੁਣਿਓ ਭਾਈ ਹੁਣ ਧਿਆਨ ਦੇ ਨਾਲ। ਸ਼ਲੋਕ ਮਨ ਸਾਚਾ ਮੁਖ ਸਾਚਾ ਸੋਏ। ਕਹਿੰਦੇ ਉਹਨਾਂ ਦੇ ਕੀ ਗੁਣ ਹੁੰਦੇ ਆ ਜਿਨ੍ਹਾਂ ਦੀ ਅਸੀਂ ਤੁਹਾਨੂੰ ਪਿੱਛੇ ਅਸ਼ਟਪਦੀ 'ਚ ਦੱਸਿਆ ਆ ਕਿ ਸਾਧ ਕੀ ਸੋਭਾ ਕਾ ਨਾਹੀ ਅੰਤ। ਉਹ ਸਾਧੂ ਹੈ ਕੌਣ, ਕੀ ਗੁਣ ਨੇ ਉਹਦੇ ਅੰਦਰ, ਕਿਵੇਂ ਬਣਦਾ ਆ। ਸਤਿਗੁਰੂ ਕਹਿੰਦੇ ਜਿਹਦੇ ਮਨ ਦੇ ਅੰਦਰ ਵੀ ਸੱਚਾ ਵਸਿਆ ਆ, ਮਨ ਸਾਚਾ, ਮਨ ਦੇ ਅੰਦਰ ਸੱਚਾ ਵਸਿਆ ਆ ਤੇ ਮਨ ਵੀ ਸੱਚਾ ਹੈ। ਮਨ ਤੋਂ ਕਦੇ ਝੂਠ ਨਹੀਂ ਨਿਕਲਦਾ, ਮਨ ਦੇ ਅੰਦਰ ਕਦੇ ਝੂਠ ਨਹੀਂ ਵਸਾਉਂਦਾ। ਬਸ ਮਨ ਦੇ ਅੰਦਰ ਸੱਚਾ ਵਸਣ ਕਰਕੇ ਮਨ ਸੱਚਾ ਹੋ ਗਿਆ। ਮੁਖ ਸਾਚਾ ਸੋਏ। ਗੁਰੂ ਜੀ ਕਹਿੰਦੇ ਜਿਹਦੇ ਮੁਖ ਦੇ ਵਿੱਚ ਵੀ ਸੱਚ ਹੀ ਵਸਦਾ ਆ ਤੇ ਸੱਚ ਹੀ ਬੋਲਦਾ ਹੈ। ਕਦੇ ਵੀ ਜ਼ਿੰਦਗੀ ਦੇ ਵਿੱਚ ਉਹ ਜੀਵ ਰਹਿੰਦੇ ਸਵਾਸਾਂ ਤੱਕ ਝੂਠ ਨਹੀਂ ਬੋਲਦਾ। ਕਿਉਂ? ਮੁੱਖ ਦੇ ਉੱਤੇ ਸੱਚ ਆਇਆ, ਸੱਚੇ ਨੂੰ ਗਾਇਆ ਤੇ ਅੰਦਰ ਵਸਾ ਲਿਆ। ਮਾਣੇ ਜਿਹੜਾ ਮਨ ਦੇ ਉੱਤੇ ਵੀ ਸੱਚ ਦਾ ਪਹਿਰਾ ਹੋ ਗਿਆ, ਸੱਚ ਨੇ ਘਰ ਕਰ ਲਿਆ, ਸੱਚਾ ਵਸ ਗਿਆ ਤੇ ਮੁੱਖ ਵੀ ਸੱਚਾ ਹੋ ਗਿਆ, ਸੱਚ ਹੀ ਬੋਲਦਾ। ਮਨ ਸਾਚਾ ਮੁੱਖ ਸਾਚਾ ਸੋਏ। ਗੁਰੂ ਜੀ ਕਹਿੰਦੇ ਭਾਈ ਸੁਣੋ, ਜਿਹਦਾ ਮਨ ਵੀ ਤੇ ਮੁਖ ਵੀ ਸੱਚਾ ਹੁੰਦਾ ਹੈ, ਅਵਰ ਨਾ ਪੇਖੈ ਏਕਸ ਬਿਨ ਕੋਇ। ਉਹ ਇੱਕ ਤੋਂ ਬਿਨਾ ਹੋਰ ਕਿਸੇ ਨੂੰ ਵੀ ਨਹੀਂ ਤੱਕਦਾ। ਉਹ ਰੱਬ ਦਾ ਪਿਆਰਾ ਆ ਨਾ ਜਿਹੜਾ, ਉਹ ਇੱਕ ਤੋਂ ਬਿਨਾ ਹੋਰ ਕਿਸੇ ਨੂੰ ਵੀ ਨਹੀਂ ਤੱਕਦਾ, ਨਹੀਂ ਵੇਖਣਾ ਚਾਹੁੰਦਾ। ਇਹਨਾਂ ਨੇਤਰਾਂ ਦੇ ਨਾਲ ਜਾਂ ਅੰਦਰੋਂ ਇੱਕ ਤੋਂ ਬਿਨਾਂ ਕਿਸੇ ਨੂੰ ਨਹੀਂ ਵੇਖਦਾ। ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ। ਗੁਰੂ ਜੀ ਕਹਿੰਦੇ ਸਿੱਖੋ ਸੁਣਿਓ, ਆਹ ਲੱਛਣ ਹੁੰਦੇ ਨੇ ਬ੍ਰਹਮ ਗਿਆਨੀਆਂ ਦੇ ਅੰਦਰ। ਜਦੋਂ ਪ੍ਰਸ਼ਨ ਕੀਤਾ ਸੀ ਨਾ, ਪੁੱਛਿਆ ਸੀ ਕਿ ਕਿਹੋ ਜਿਹੇ ਲੱਛਣ ਹੁੰਦੇ ਆ। ਸਾਧੂਆਂ ਦੀ ਉਪਮਾ ਤੇ ਤੁਸੀਂ ਦੱਸਤੀ, ਇਹਨਾਂ ਦੇ ਲੱਛਣ ਕਿਹੋ ਜਿਹੇ ਹੁੰਦੇ ਆ ਜਿਨ੍ਹਾਂ ਦੀ ਇੰਨੀ ਉਪਮਾ ਦੱਸੀ ਹੈ। ਗੁਰੂ ਅਰਜਨ ਦੇਵ ਜੀ ਕਹਿੰਦੇ ਨਾਨਕ ਇਹ ਲੱਛਣ, ਇਹ ਲੱਛਣ ਨੇ ਨਾ ਜਿਹੜੇ ਬ੍ਰਹਮ ਗਿਆਨੀ ਹੋਏ। ਜਿਹਦੇ ਅੰਦਰ ਇਹ ਲੱਛਣ ਪਾਏ ਜਾਣ, ਸਤਿਗੁਰੂ ਜੀ ਕਹਿੰਦੇ ਉਹ ਬ੍ਰਹਮ ਗਿਆਨੀ ਹੁੰਦਾ ਆ। ਉਹ ਬ੍ਰਹਮ ਗਿਆਨੀ, ਉਹਦਾ ਨਾਮ ਬ੍ਰਹਮ ਗਿਆਨੀ ਹੈ, ਭਾਵ ਕਿ ਉਹ ਬ੍ਰਹਮ ਨੂੰ ਪਾਇਆ ਹੁੰਦਾ ਹੈ, ਭਾਵ ਕਿ ਉਹਨੇ ਸੱਚ ਨੂੰ ਪਾਇਆ ਹੁੰਦਾ ਆ। ਬ੍ਰਹਮ ਗਿਆਨੀ ਸੱਚ ਦਾ ਗਿਆਨੀ, ਮਨ ਤੇ ਵੀ ਸੱਚ ਤੇ ਮੁਖ ਤੇ ਵੀ ਸੱਚ। ਇਹ ਨਹੀਂ ਮਨ ਦੇ ਵਿੱਚ ਕੁਝ ਹੋਰ ਏ ਤੇ ਮੁਖ ਤੇ ਕੁਝ ਹੋਰ ਏ। ਉਹ ਬ੍ਰਹਮ ਗਿਆਨੀ ਨਹੀਂ, ਉਹ ਸਾਧੂ ਨਹੀਂ, ਉਹ ਪਿਆਰਾ ਨਹੀਂ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਉਹਨਾਂ ਇਹ ਲੱਛਣ ਨੇ ਬ੍ਰਹਮ ਗਿਆਨੀਆਂ ਦੇ। ਧਿਆਨ ਦੇ ਨਾਲ ਸੁਣਿਓ, ਅੱਗੇ ਗੁਰੂ ਜੀ ਕਿਰਪਾ ਕਰਕੇ ਵਿਸਥਾਰ ਨਾਲ ਦੱਸਦੇ ਹਨ। ਅਸ਼ਟਪਦੀ ਬ੍ਰਹਮ ਗਿਆਨੀ ਸਦਾ ਨਿਰਲੇਪ। ਕਹਿੰਦੇ ਭਾਈ ਜਿਹੜਾ ਬ੍ਰਹਮ ਗਿਆਨੀ ਹੈ ਨਾ, ਜਿਹਦੇ ਮਨ 'ਚ ਵੀ ਸੱਚੇ, ਮੁਖ ਤੇ ਵੀ ਸੱਚੇ, ਜ਼ਬਾਨ ਤੇ ਵੀ ਸੱਚੇ, ਨੇਤਰਾਂ 'ਚ ਵੀ ਸੱਚੇ, ਕੰਨਾਂ 'ਚ ਵੀ ਸੱਚੇ, ਹੱਥ ਵੀ ਸੱਚੀ ਕੰਮ ਕਰਦੇ ਆ ਸੱਚ ਨਾਲ, ਪੈਰ ਵੀ ਸੱਚ ਵੱਲ ਜਾਂਦੇ ਆ, ਸਰੀਰ ਵੀ ਸੱਚ ਵੱਲ ਜਾਂਦਾ ਆ, ਅੰਦਰਲਾ ਸਰੀਰ ਵੀ ਸੱਚ ਨੂੰ ਧਾਰਨ ਕਰਿਆ, ਉਹ ਬ੍ਰਹਮ ਗਿਆਨੀ ਹੈ। ਸਤਿਗੁਰੂ ਕਹਿੰਦੇ ਜਿਹੜਾ ਬ੍ਰਹਮ ਗਿਆਨੀ ਹੁੰਦਾ ਆ ਨਾ, ਉਹਨੂੰ ਗਿਆਨ ਹੋ ਜਾਂਦਾ ਆ ਸਾਰਾ ਹੀ। ਬ੍ਰਹਮ ਦਾ ਗਿਆਨ ਜਿਹਨੂੰ ਹੋ ਜਾਂਦਾ ਆ, ਸ੍ਰਿਸ਼ਟੀ ਦਾ ਗਿਆਨ ਜਿਹਨੂੰ ਹੋ ਜਾਂਦਾ ਆ, ਜਿਹਨੂੰ ਦਾਤਾ ਮਿਲ ਜਾਂਦਾ, ਉਹਨੂੰ ਬ੍ਰਹਮ ਗਿਆਨੀ ਕਹਿੰਦੇ ਆ। ਗੁਰੂ ਜੀ ਕਹਿੰਦੇ ਸਦਾ ਨਿਰਲੇਪ। ਬ੍ਰਹਮ ਗਿਆਨੀ ਭਾਵੇਂ ਸੰਸਾਰ 'ਚ ਵਸਦਾ ਹੋਇਆ ਵੀ, ਰਸਾਂ ਦੇ ਵਿੱਚ ਰਸਾਂ ਨੂੰ ਭੋਗਦਾ ਹੋਇਆ ਵੀ,
ਫਿਰ ਵੀ ਮਾਇਆ ਤੋਂ ਬਹੁਤ ਦੂਰ ਰਹਿੰਦਾ ਆ, ਨਿਰਲੇਪ ਰਹਿੰਦਾ ਆ। ਕਿਵੇਂ? ਜੈਸੇ ਜਲ ਮਹਿ ਕਮਲ ਅਲੇਪ। ਗੁਰੂ ਜੀ ਕਹਿੰਦੇ ਜਿਵੇਂ ਜਲ ਦੇ ਵਿੱਚ ਪਾਣੀ ਦਾ ਤਲਾਬ ਆ, ਪਾਣੀ ਦੇ ਵਿੱਚ ਕਮਲ ਦਾ ਫੁੱਲ ਖਿੜਿਆ ਹੁੰਦਾ, ਜਿਵੇਂ ਉਹ ਪਾਣੀ ਦੇ ਉੱਤੇ ਕਮਲ ਦਾ ਫੁੱਲ ਆ ਜਿਹੜਾ ਅਲੇਪ ਵੱਖਰਾ ਰਹਿੰਦਾ ਆ। ਇਸੇ ਤਰ੍ਹਾਂ ਜਿਹੜਾ ਬ੍ਰਹਮ ਗਿਆਨੀ ਹੈ ਨਾ, ਉਹ ਸੰਸਾਰ ਦੇ ਵਿੱਚ ਪੈਦਾ ਹੋ ਕੇ ਵੀ ਮਾਇਆ ਦੇ ਵਿੱਚ ਹੁੰਦਿਆਂ ਹੋਇਆਂ ਵੀ ਵੱਖਰਾ ਰਹਿੰਦਾ ਹੈ। ਇਹ ਗੁਣ ਆ ਬ੍ਰਹਮ ਗਿਆਨੀਆਂ ਦਾ। ਧੰਨ ਗੁਰੂ ਅਰਜਨ ਦੇਵ ਜੀ ਕਿਰਪਾ ਕਰਕੇ ਇਹ ਦੱਸਦੇ ਆ ਕਿ ਬ੍ਰਹਮ ਗਿਆਨੀਆਂ ਦਾ ਆਹ ਗੁਣ ਆ। ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ। ਆਹ ਲੱਛਣ ਨੇ, ਜਿਵੇਂ ਪਹਿਲਾਂ ਸ਼ਲੋਕ 'ਚ ਦੱਸਿਆ ਆ ਕਿ ਜਿਹਦੇ ਮਨ 'ਚ ਵੀ ਉਹ, ਮੁਖ 'ਚ ਵੀ ਉਹ, ਰਸਨਾ ਤੇ ਵੀ ਉਹ, ਰਸਨਾ ਤੋਂ ਜਪ ਕਰਕੇ ਮਨ 'ਚ ਵੀ ਉਹ ਆ। ਸਤਿਗੁਰੂ ਜੀ ਕਹਿੰਦੇ ਇਹ ਬ੍ਰਹਮ ਗਿਆਨੀਆਂ ਦੇ ਲੱਛਣ ਹਨ। ਬ੍ਰਹਮ ਗਿਆਨੀ ਸਦਾ ਨਿਰਲੇਪ, ਜੈਸੇ ਜਲ ਮਹਿ ਕਮਲ ਅਲੇਪ। ਜਿਵੇਂ ਅਰਜਨ ਦੇਵ ਜੀ ਕਿਰਪਾ ਕਰਕੇ ਦੱਸਦੇ ਆ ਕਿ ਭਾਈ ਇਹੋ ਜਿਹੇ ਗੁਣ ਹੁੰਦੇ ਹਨ ਬ੍ਰਹਮ ਗਿਆਨੀ ਦੇ ਵਿੱਚ, ਸੰਸਾਰੀ ਮਾਇਆ ਦੇ ਵਿੱਚ ਹੁੰਦਿਆਂ ਹੋਇਆਂ ਵੀ ਨਿਰਲੇਪ ਵੱਖਰੇ ਰਹਿੰਦੇ ਹਨ। ਬ੍ਰਹਮ ਗਿਆਨੀ ਸਦਾ ਨਿਰਦੋਖ। ਬ੍ਰਹਮ ਗਿਆਨੀ ਸਦਾ ਨਿਰਦੋਖ। ਸਤਿਗੁਰੂ ਜੀ ਕਹਿੰਦੇ ਜਿਹੜਾ ਪਿਆਰਿਓ ਬ੍ਰਹਮ ਗਿਆਨੀ ਹੁੰਦਾ ਆ ਨਾ, ਉਹ ਸਦਾ ਹੀ ਨਿਰਦੋਖ, ਦੋਸ਼ਾਂ ਤੋਂ ਰਹਿਤ ਹੁੰਦਾ ਆ। ਉਹਦੇ ਉੱਤੇ ਕਿਸੇ ਵੀ ਤਰ੍ਹਾਂ ਦਾ ਦੋਸ਼ ਨਹੀਂ ਲੱਗ ਸਕਦਾ। ਜੈਸੇ ਸੂਰ ਸਰਬ ਕੋ ਸੋਖ। ਸਤਿਗੁਰੂ ਜੀ ਕਹਿੰਦੇ ਜੈਸੇ ਸੂਰ ਸਰਬ ਕਉ ਸੋਖ। ਕਹਿੰਦੇ ਜਿਵੇਂ ਸੂਰਜ ਜਿਹੜਾ, ਸੂਰ ਤੋਂ ਭਾਵ ਜਿਹੜਾ ਸੂਰਜ, ਜੈਸੇ ਸੂਰ, ਸੂਰਜ ਜਿਹੜਾ ਉਹ ਸਾਰਿਆਂ ਨੂੰ ਹੀ ਸੁਕਾ ਦਿੰਦਾ ਹੈ। ਉਹ ਇਹ ਨਹੀਂ ਕਿ ਪਵਿੱਤਰ ਚੀਜ਼ਾਂ ਨੂੰ, ਮਿੱਠੀਆਂ ਚੀਜ਼ਾਂ ਨੂੰ, ਰਸਦਾਇਕ ਨੂੰ, ਗੁਰੂ ਜੀ ਕਹਿੰਦੇ ਜਿਹੜਾ ਵਿਸ਼ਟ ਹੁੰਦਾ ਹੈ ਨਾ, ਗੰਦ ਹੁੰਦਾ ਆ, ਗੰਦਗੀ ਦੇ ਉੱਤੇ ਵੀ ਸੂਰਜ ਦੀ ਕਿਰਨ ਪੈਂਦੀ ਹੈ। ਗੰਦਗੀ ਦੇ ਉੱਤੇ ਵੀ ਸੂਰਜ ਦੀਆਂ, ਵਿਸ਼ਟਾਂ ਦੇ ਉੱਤੇ ਵੀ ਸੂਰਜ ਦੀਆਂ ਜਿਹੜੀਆਂ ਕਿਰਨਾਂ ਆ ਪੈਂਦੀਆਂ ਆ। ਬ੍ਰਹਮ ਗਿਆਨੀ ਇਸ ਤਰ੍ਹਾਂ ਨਿਰਦੋਖ ਰਹਿੰਦਾ ਆ, ਦੋਸ਼ ਨਹੀਂ ਲੱਗ ਸਕਦਾ। ਜਿਵੇਂ ਸੂਰਜ ਜਿਹੜਾ, ਉਹਦੀਆਂ ਕਿਰਨਾਂ ਗੰਦਗੀ 'ਤੇ ਵੀ ਪੈਂਦੀਆਂ ਏ ਤੇ ਚੰਗੀ ਜਗ੍ਹਾ 'ਤੇ ਵੀ ਪੈਂਦੀਆਂ ਆ। ਸਾਰੇ ਪਾਸੇ ਸੂਰਜ ਦੀਆਂ ਜਿਵੇਂ ਕਿਰਨਾਂ ਪੈਂਦੀਆਂ ਆ, ਇਸੇ ਤਰ੍ਹਾਂ ਬ੍ਰਹਮ ਗਿਆਨੀ ਬਿਨਾਂ ਦੋਸ਼ ਤੋਂ ਰਹਿੰਦਾ ਹੈ। ਬ੍ਰਹਮ ਗਿਆਨੀ ਕਿਆ ਦ੍ਰਿਸ਼ਟ ਸਮਾਨ। ਸਤਿਗੁਰੂ ਜੀ ਕਹਿੰਦੇ ਬ੍ਰਹਮ ਗਿਆਨੀ ਦੀ ਜਿਹੜੀ ਦ੍ਰਿਸ਼ਟੀ ਹੈ ਨਾ, ਉਹ ਇੱਕ ਸਾਰ ਰਹਿੰਦੀ ਏ, ਇੱਕ ਸਾਰ। ਬ੍ਰਹਮ ਗਿਆਨੀ ਕੈ ਦ੍ਰਿਸ਼ਟ ਸਮਾਨ, ਇੱਕ ਸਾਰ। ਕਿਵੇਂ ਰਹਿੰਦੀ ਏ? ਸਤਿਗੁਰੂ ਜੀ ਦੱਸਦੇ ਹਨ। ਜੈਸੇ ਰਾਜ ਰੰਕ ਕੋ ਲਾਗੈ ਤੁਲ ਪਵਾਨ। ਕਹਿੰਦੇ ਜਿਵੇਂ ਹਵਾ ਚੱਲਦੀ ਏ ਨਾ, ਪਵਨ ਗੁਰੂ, ਜਿਵੇਂ ਹਵਾ ਚੱਲਦੀ ਏ, ਹਵਾ ਚੱਲਦੀ ਏ ਸਾਰਿਆਂ ਨੂੰ ਸੁੱਖ ਦਿੰਦੀ ਏ। ਸੁਖਦਾਈ ਪਵਨ, ਸੁੱਖ ਦੇਣ ਵਾਲੀ ਪਵਨ, ਕਹਿੰਦੇ ਜੀ ਚੱਲਦੀ ਏ ਜਦੋਂ ਸਭ ਨੂੰ ਸੁੱਖ ਦਿੰਦੀ ਏ। ਜੈਸੇ ਰਾਜ ਰੰਕ ਕਉ, ਜਿਵੇਂ ਰਾਜੇ ਤੇ ਭਿਖਾਰੀ ਨੂੰ ਇਹ ਹਵਾ ਸੁੱਖ ਦਿੰਦੀ ਏ ਨਾ, ਲਾਗੈ ਤੁਲ ਪਵਾਨ। ਇਹ ਪਵਨ ਏ ਜਿਹੜੀ ਹਵਾ ਆ, ਉਹ ਰਾਜੇ ਨੂੰ ਵੀ ਉਹੀ ਹਵਾ ਜਾ ਰਹੀ ਏ ਤੇ ਭਿਖਾਰੀ ਨੂੰ ਵੀ ਉਹੀ ਜਾ ਰਹੀ ਏ। ਜਿਸ ਤਰ੍ਹਾਂ ਹਵਾ ਦੋਵਾਂ ਵਾਸਤੇ ਇੱਕ ਆ, ਇਸੇ ਤਰ੍ਹਾਂ ਬ੍ਰਹਮ ਗਿਆਨੀ ਦੀ ਦ੍ਰਿਸ਼ਟੀ ਸਾਰਿਆਂ ਵਾਸਤੇ ਇੱਕ ਹੈ। ਬ੍ਰਹਮ ਗਿਆਨੀ ਕੈ ਧੀਰਜ ਏਕ। ਬ੍ਰਹਮ ਗਿਆਨੀ ਦਾ ਅੰਦਰ ਨਾ ਧੀਰਜ ਹੈ, ਬਸ ਧੀਰਜ ਆ ਜਾਂਦੀ ਹੈ ਬ੍ਰਹਮ ਗਿਆਨੀ ਨੂੰ। ਜਿਹਨੂੰ ਬ੍ਰਹਮ ਦਾ ਗਿਆਨ ਪ੍ਰਾਪਤ ਹੋ ਜਾਂਦਾ ਆ ਨਾ, ਉਸ ਅਕਾਲ ਪੁਰਖ ਦਾ, ਸੱਚ ਦਾ, ਧੀਰਜਵਾਨ ਹੁੰਦਾ ਆ। ਜਿਹੜਾ ਆਪਾਂ ਕਈ ਕਹਿ ਦਿੰਦੇ ਆ ਕਿ ਬੰਦਾ ਬੜਾ ਧੀਰਜ ਵਾਲਾ ਆ, ਪਰ ਸਤਿਗੁਰੂ ਜੀ ਕਹਿੰਦੇ ਅਸਲ ਦੇ ਵਿੱਚ ਧੀਰਜ ਵਾਲਾ ਬ੍ਰਹਮ ਗਿਆਨੀ ਹੈ। ਜਿਹਨੂੰ ਸਾਰਾ ਹੀ ਗਿਆਨ ਹੈ ਉਹਨੂੰ ਧੀਰਜ ਵਾਲਾ ਗੁਰੂ ਜੀ ਆਖਦੇ ਹਨ। ਜੋ ਬਸੁਦਾ ਕਉ ਖੋਦੈ ਕਉ ਚੰਦਨ ਲੇਪ। ਧੀਰਜ ਕਿਵੇਂ ਦੀ ਹੈ ਬ੍ਰਹਮ ਗਿਆਨੀ ਨੂੰ? ਕਹਿੰਦੇ ਜਿਵੇਂ
ਜਿਉ ਬਸੁਦਾ, ਜਿਵੇਂ ਧਰਤੀ ਨੂੰ ਇੱਕ ਬੰਦਾ ਖੋਦਦਾ ਹੈ, ਜਿਉ ਬਸੁਦਾ ਕੋਊ ਖੋਦਦਾ ਹੈ, ਕੋਈ ਧਰਤੀ ਨੂੰ ਪੁੱਟਦਾ ਆ, ਪੁੱਟੀ ਜਾਂਦਾ ਹੈ, ਪੁੱਟੀ ਜਾਂਦਾ ਹੈ। ਤੇ ਇੱਕ ਪਾਸੇ ਕੋਈ ਧਰਤੀ ਨੂੰ ਪੁੱਟ ਰਿਹਾ ਆ ਤੇ ਇੱਕ ਪਾਸੇ ਕੋਈ ਧਰਤੀ ਨੂੰ ਕੋਊ ਚੰਦਨ ਲੇਪ, ਕੋਈ ਧਰਤੀ ਦੇ ਉੱਤੇ ਚੰਦਨ ਦਾ ਲੇਪਨ ਕਰਦਾ ਹੈ, ਚੰਦਨ ਦਾ ਪੋਚਾ ਕਰਦਾ ਆ। ਗੁਰੂ ਜੀ ਕਹਿੰਦੇ ਪੁੱਟਣ ਵਾਲੇ ਨੂੰ ਧਰਤੀ ਸਰਾਪ ਨਹੀਂ ਦਿੰਦੀ ਤੇ ਚੰਦਨ ਦਾ ਲੇਪ ਕਰਨ ਵਾਲੇ ਨੂੰ ਧਰਤੀ ਵਰ ਨਹੀਂ ਦਿੰਦੀ। ਇਸ ਤਰ੍ਹਾਂ ਧੀਰਜ ਹੈ ਬ੍ਰਹਮ ਗਿਆਨੀ ਦੇ ਮਨ ਦੇ ਅੰਦਰ। ਗੁਰੂ ਜੀ ਕਹਿੰਦੇ ਜਿਹੜਾ ਬ੍ਰਹਮ ਗਿਆਨੀ ਦੀ ਸੰਗਤ ਕਰਦਾ ਆ, ਬ੍ਰਹਮ ਗਿਆਨੀ ਦੀ ਸੇਵਾ ਕਰਦਾ ਆ, ਬ੍ਰਹਮ ਗਿਆਨੀ ਆਪਣੇ ਪ੍ਰੇਮੀ ਨੂੰ ਵਰ ਨਹੀਂ ਦਿੰਦਾ ਤੇ ਜਿਹੜਾ ਮੰਦਾ ਸ਼ਬਦ ਬੋਲਦਾ ਆ ਬ੍ਰਹਮ ਗਿਆਨੀ ਨੂੰ, ਬ੍ਰਹਮ ਗਿਆਨੀ ਕਿਸੇ ਨੂੰ ਸਰਾਪ ਵੀ ਨਹੀਂ ਦਿੰਦਾ, ਨਾ ਵਰ ਦਿੰਦਾ ਆ ਤੇ ਨਾ ਸਰਾਪ ਦਿੰਦਾ ਹੈ। ਬ੍ਰਹਮ ਗਿਆਨੀ ਕਾ ਇਹ ਗੁਨਾਓ। ਗੁਰੂ ਜੀ ਕਹਿੰਦੇ ਭਾਈ, ਜਿਵੇਂ ਪਹਿਲਾਂ ਪ੍ਰਸ਼ਨ ਕੀਤਾ ਸੀ ਸਿੱਖਾਂ ਨੇ ਕਿ ਕੀ ਗੁਣ ਨੇ, ਆ ਪੌੜੀ ਪਹਿਲੀ ਦੀ ਸਮਾਪਤੀ ਤੇ ਦੱਸਦੇ ਆ। ਕਹਿੰਦੇ ਭਾਈ ਸੁਣੋ ਧਿਆਨ ਦੇ ਨਾਲ, ਬ੍ਰਹਮ ਗਿਆਨੀ ਕਾ ਇਹ ਗੁਨਾਓ। ਇਹ ਗੁਣ ਨੇ ਬ੍ਰਹਮ ਗਿਆਨੀ ਦੇ, ਰੱਬ ਦੇ ਪਿਆਰੇ ਦੇ। ਕੀ ਗੁਣ ਹੈ ਸਤਿਗੁਰੂ ਜੀ ਦੱਸਦੇ ਹਨ। ਨਾਨਕ ਜੋ ਪਾਵਕ ਕਾ ਸਹਿਜ ਸੁਭਾਓ। ਕਹਿੰਦੇ ਇੱਕ ਇਹ ਵੀ ਬ੍ਰਹਮ ਗਿਆਨੀ ਦਾ ਗੁਣ ਹੈ ਕਿ ਜਿਵੇਂ ਪਾਵਕ ਕਹਿੰਦੇ ਆ ਅੱਗ ਨੂੰ, ਜਿਉ ਪਾਵਕ ਕਾ ਨਾਨਕ ਜਿਉ ਪਾਵਕ ਕਾ ਸਹਿਜ ਸੁਭਾਅ। ਜਿਵੇਂ ਅੱਗ ਦਾ ਬਹੁਤ ਸਹਿਜ ਸੁਭਾਅ ਹੈ ਨਾ, ਜੇ ਅੱਗ ਦੇ ਕੋਲ ਬੰਦਾ ਜਾਏ ਤੇ ਅੱਗ ਨੂੰ, ਅੱਗ ਦੇ ਚਾਨਣ ਦੇ ਨਾਲ, ਅੱਗ ਦੀ ਲਾਟ ਦੇ ਨਾਲ ਚਾਨਣ ਨਜ਼ਰ ਆਉਂਦਾ ਆ, ਰਸਤਾ ਦਿਸ ਜਾਂਦਾ ਆ। ਪਹਿਲੇ ਸਮਿਆਂ ਦੇ ਅੰਦਰ ਜਦੋਂ ਮਸ਼ਾਲਾਂ ਲੈ ਕੇ ਲੋਕੀ ਤੁਰਿਆ ਕਰਦੇ ਸਨ ਜਾਂ ਲਾਲਟੈਨ ਲੈ ਕੇ ਤੁਰਿਆ ਕਰਦੇ ਸਨ, ਵਿੱਚ ਕੀ ਸੀ ਜੀ? ਅੱਗ ਮੱਚਦੀ ਸੀ, ਅੱਗ ਹੀ ਮੱਚਦੀ ਸੀ, ਅੱਗ ਹੀ ਰਾਹ ਵਿਖਾਉਂਦੀ ਸੀ। ਤੇ ਜਦੋਂ ਠੰਡਾਂ ਹੁੰਦੀਆਂ ਨੇ, ਗੁਰੂ ਜੀ ਕਹਿੰਦੇ ਜਿਉ ਪਾਵਕ ਨਾਨਕ ਜਿਉ ਪਾਵਕ ਕਾ, ਜਿਵੇਂ ਅੱਗ ਦਾ ਸਹਿਜ ਸੁਭਾਅ ਹੈ। ਕੀ ਸੁਭਾਅ ਹੈ ਜੀ ਅੱਗ ਦਾ? ਇੱਕ ਪਾਸੇ ਤਾਂ ਅੱਗ ਇਨਸਾਨ ਨੂੰ ਪ੍ਰਕਾਸ਼ ਦਿੰਦੀ ਏ ਤੇ ਦੂਜੇ ਪਾਸੇ ਅੱਗ ਜੇ ਠੰਡ ਹੋਏ ਨਾ, ਠੰਡ ਪਾਲਾ ਹੋਵੇ ਤੇ ਦੂਜੇ ਪਾਸੇ ਅੱਗ ਪਾਲਾ ਉਤਾਰਦੀ ਏ, ਠੰਡ ਉਤਾਰਦੀ ਏ। ਜੇ ਅੱਗ ਦੇ ਕੋਲ ਬੰਦਾ ਚਲਾ ਜਾਏ ਠੰਡ ਦੇ ਵਿੱਚ, ਪਾਲਾ ਲੈ ਜਾਂਦਾ ਆ, ਨਿੱਘ ਮਹਿਸੂਸ ਹੁੰਦਾ ਆ। ਤੇ ਜੇ ਹਨੇਰਾ ਜਾਪੇ ਤੇ ਅੱਗ ਦੇ ਚਾਨਣ ਦੇ ਨਾਲ ਸਾਹਮਣੇ ਰਸਤਾ ਦਿਸਣ ਲੱਗ ਜਾਂਦਾ ਆ। ਕਹਿੰਦੇ ਆਹ ਸੁਭਾਅ ਬ੍ਰਹਮ ਗਿਆਨੀ ਦਾ ਕਿਵੇਂ? ਜੇ ਅਗਿਆਨੀ ਬੰਦਾ ਆਏ ਬ੍ਰਹਮ ਗਿਆਨੀ ਕੋਲ, ਅਗਿਆਨ ਦਾ ਹਨੇਰਾ ਹੋਵੇ ਤੇ ਬ੍ਰਹਮ ਗਿਆਨੀ ਦੀ ਸੰਗਤ ਕਰਨ ਦੇ ਨਾਲ ਚਾਨਣ ਦਿਸਣ ਲੱਗ ਜਾਂਦਾ ਆ। ਤੇ ਕਹਿੰਦੇ ਜਿਹਨੂੰ ਜੜਤਾ ਰੂਪ ਠੰਡ ਲੱਗਦੀ ਏ, ਜੰਮਣ ਮਰਨ ਰੂਪ ਠੰਡ ਆ ਜਿਹੜੀ, ਗੁਰੂ ਜੀ ਕਹਿੰਦੇ ਉਹਦੀ ਠੰਡ ਵੀ ਇਹ ਬ੍ਰਹਮ ਗਿਆਨੀ ਸਰੂਪ ਆ, ਜਿਹੜਾ ਅੱਗ ਵਰਗਾ ਸੁਭਾਅ ਹੈ, ਜਿਹੜਾ ਇਹ ਦੂਰ ਕਰ ਦਿੰਦਾ ਹੈ। ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ। ਸਤਿਗੁਰੂ ਕਹਿੰਦੇ ਭਾਈ ਜਿਹੜਾ ਬ੍ਰਹਮ ਗਿਆਨੀ ਹੈ ਨਾ, ਜਿਹਨੂੰ ਬ੍ਰਹਮ ਦਾ ਗਿਆਨ ਹੋ ਗਿਆ, ਸ੍ਰਿਸ਼ਟੀ ਦੇ ਰਚਨਹਾਰੇ ਦਾ ਗਿਆਨ ਹੋ ਗਿਆ, ਜਿਹੜਾ ਵਸ ਗਿਆ ਵਿੱਚ ਆ ਕੇ, ਉਹ ਨਿਰਮਲ ਤੋਂ ਵੀ ਨਿਰਮਲਾ ਆ, ਉਜਲ ਤੋਂ ਵੀ ਉਜਲ ਹੈ ਬ੍ਰਹਮ ਗਿਆਨੀ। ਜੈਸੇ ਮੈਲ ਨ ਲਾਗੈ ਜਲਾ। ਨਿਰਮਲ ਤੋਂ ਨਿਰਮਲਾ ਕਿਵੇਂ ਹੈ? ਗੁਰੂ ਜੀ ਅਗਲੀ ਪੰਕਤੀ 'ਚ ਦੱਸਦੇ ਆ ਕਿ ਜਿਵੇਂ ਪਾਣੀ ਨੂੰ ਕੋਈ ਮੈਲਾ ਨਹੀਂ ਕਰ ਸਕਦਾ, ਜੈਸੇ ਮੈਲ ਨਾ ਲਾਗੈ ਜਲਾ, ਜਿਵੇਂ ਪਾਣੀ ਨੂੰ ਮੈਲ ਨਹੀਂ ਲੱਗ ਸਕਦੀ। ਬ੍ਰਹਮ ਗਿਆਨੀ ਕੈ ਮਨ ਹੋਏ ਪਰਗਾਸ। ਸਤਿਗੁਰੂ ਕਹਿੰਦੇ ਭਾਈ ਬ੍ਰਹਮ ਗਿਆਨੀ ਦੇ ਮਨ ਦੇ ਅੰਦਰ ਨਾ ਗਿਆਨ ਦਾ ਪ੍ਰਕਾਸ਼ ਹੋਇਆ ਹੁੰਦਾ ਆ। ਹਾਂਜੀ। ਜੈਸੇ ਧਰ ਉਪਰ ਆਕਾਸ਼। ਜਿਵੇਂ ਧਰਤੀ ਦੇ ਉੱਪਰ ਆਕਾਸ਼ ਛਾਇਆ ਹੋਇਆ ਆ। ਧਰਤੀ ਹੈ ਨਾ, ਜਿੰਨੀ ਵੀ ਧਰਤੀ ਏ, ਸਾਰੀ ਧਰਤੀ ਦੇ ਉੱਤੇ ਗੁਰੂ ਅਰਜਨ ਦੇਵ ਜੀ ਕਹਿੰਦੇ ਜਿਵੇਂ ਆਕਾਸ਼ ਛਾਇਆ ਹੋਇਆ ਆ। ਜਿਵੇਂ ਦਿਨ ਚੜ੍ਹਦਾ ਆ, ਸੂਰਜ ਚੜ੍ਹ ਜਾਂਦਾ ਆ ਤੇ ਸਾਰੀ ਧਰਤੀ ਤੇ ਸੂਰਜ ਦਾ ਪ੍ਰਕਾਸ਼ ਹੁੰਦਾ ਆ। ਇਉਂ ਗੁਰੂ ਅਰਜਨ ਦੇਵ ਜੀ ਕਹਿੰਦੇ ਬ੍ਰਹਮ ਗਿਆਨੀ ਕੈ ਮਨ ਹੋਏ ਪ੍ਰਗਾਸ। ਬ੍ਰਹਮ ਗਿਆਨੀ ਦੇ ਮਨ ਦੇ ਅੰਦਰ ਸਦਾ ਹੀ ਪ੍ਰਕਾਸ਼ ਰਹਿੰਦਾ ਹੈ। ਜੈਸੇ ਧਰ ਉਪਰ ਆਕਾਸ਼। ਹਾਂਜੀ, ਅੱਗੇ ਜੀ। ਬ੍ਰਹਮ ਗਿਆਨੀ ਕੈ ਮਿੱਤਰ ਸਤਰ ਸਮਾਨ। ਗੁਰੂ ਜੀ ਕਹਿੰਦੇ ਬ੍ਰਹਮ ਗਿਆਨੀ ਜੇ ਹੈ ਨਾ, ਜਿਹੜਾ
ਉਹਦੀ ਨਿਗਾਹ ਦੇ ਵਿੱਚ ਮਿੱਤਰ ਸੱਤਰ ਸਮਾਨ, ਉਹਦੀ ਨਿਗਾਹ ਦੇ ਵਿੱਚ ਮਿੱਤਰ ਵੀ ਇੱਕਸਾਰ ਨੇ ਤੇ ਵੈਰੀ ਵੀ ਇੱਕਸਾਰ ਨੇ। ਇਹ ਨਹੀਂ ਕਿ ਉਹ ਮੇਰਾ ਵੈਰੀ ਏ ਉਹਦੇ ਨਾਲ ਮੈਂ ਅੰਦਰੋਂ ਈਰਖਾ ਰੱਖਣੀ ਹੈ। ਜਿਵੇਂ ਆਮ ਇਨਸਾਨ ਦਾ ਸੁਭਾਅ ਹੁੰਦਾ ਆ, ਜੇ ਕਿਸੇ ਨਾਲ ਵੈਰ ਬਣ ਜਾਏ, ਵਿਰੋਧ ਬਣ ਜਾਏ, ਵਿਰੋਧ ਪੈਦਾ ਹੋ ਜਾਏ ਤੇ ਮਨ ਦੇ ਅੰਦਰੋਂ ਈਰਖਾ ਰੱਖਾਂਗੇ ਅਸੀਂ ਉਹਦੇ ਨਾਲ, ਇਹ ਤਾਂ ਮੇਰਾ ਦੁਸ਼ਮਣ ਆ। ਪਰ ਸਤਿਗੁਰੂ ਜੀ ਕਹਿੰਦੇ ਬ੍ਰਹਮ ਗਿਆਨੀਆਂ ਦੇ ਵੀ ਵੈਰੀ ਬਹੁਤ ਨੇ, ਸਾਧੂਆਂ ਦੇ ਵੀ ਵੈਰੀ ਬਹੁਤ ਨੇ, ਨਿੰਦਿਆ ਕਰਨ ਵਾਲੇ ਬੜੇ ਨੇ। ਪਰ ਬ੍ਰਹਮ ਗਿਆਨੀ ਆਪਣੀ ਇੱਕ ਨਿਗਾਹ ਨਾਲ ਵੇਖਦਾ ਆ, ਆਪਣੇ ਮਿੱਤਰ ਨੂੰ ਵੀ ਤੇ ਆਪਣੇ ਦੁਸ਼ਮਣ ਨੂੰ ਵੀ। ਬ੍ਰਹਮ ਗਿਆਨੀ ਕੈ ਨਾਹੀ ਅਭਿਮਾਨ, ਬ੍ਰਹਮ ਗਿਆਨੀ ਕੈ ਨਾਹੀ ਅਭਿਮਾਨ, ਨਾਹੀ ਅਭਿਮਾਨ। ਬ੍ਰਹਮ ਗਿਆਨੀ ਦੇ ਅੰਦਰ ਗੁਰੂ ਜੀ ਕਹਿੰਦੇ ਅਭਿਮਾਨ ਨਹੀਂ ਰਹਿੰਦਾ। ਨਾ ਹੀ ਬ੍ਰਹਮ ਗਿਆਨੀ ਨੂੰ ਇਹ ਕਦੇ ਮਾਣ ਆਇਆ ਕਿ ਮੈਂ ਬ੍ਰਹਮ ਦਾ ਗਿਆਨ ਪ੍ਰਾਪਤ ਕਰ ਲਿਆ ਆ। ਬ੍ਰਹਮ ਗਿਆਨੀ ਆਪਣੀ ਦੇਹ ਦਾ ਮਾਣ ਨਹੀਂ ਕਰਦਾ, ਗਿਆਨ ਦਾ ਮਾਣ ਨਹੀਂ ਕਰਦਾ। ਬ੍ਰਹਮ ਗਿਆਨੀ ਊਚ ਤੇ ਉੱਚਾ, ਕਹਿੰਦੇ ਜੀ ਉੱਚਿਆਂ ਤੋਂ ਵੀ ਉੱਚਾ ਆ ਬ੍ਰਹਮ ਗਿਆਨੀ। ਕਿਵੇਂ ਉੱਚਾ ਆ, ਅੱਗੇ ਦੱਸਦੇ ਹਨ ਜੀ। ਮਨ ਆਪਣੇ ਹੈ ਸਭ ਤੇ ਨੀਚਾ, ਸਤਿਗੁਰੂ ਜੀ ਕਹਿੰਦੇ ਬ੍ਰਹਮ ਗਿਆਨੀ ਸਾਰਿਆਂ ਤੋਂ ਉੱਚਾ ਆ। ਕਿਵੇਂ ਉੱਚਾ ਆ? ਕਿਉਂਕਿ ਗੁਰੂ ਜੀ ਕਹਿੰਦੇ ਮਨ ਆਪਣਾ ਹੈ ਸਭ ਤੇ ਨੀਚਾ। ਆਪਣੇ ਮਨ ਕਰਕੇ ਸਭ ਤੋਂ ਨੀਵਾਂ ਹੋ ਕੇ ਰਹਿੰਦਾ ਬ੍ਰਹਮ ਗਿਆਨੀ, ਜਿਸ ਕਰਕੇ ਗੁਰੂ ਜੀ ਕਹਿੰਦੇ ਸਭ ਤੋਂ ਉੱਚਾ ਆ। ਆਪਸ ਤੇ ਜੋ ਜਾਣੈ ਨੀਚਾ ਸੋ ਗਣੀਐ ਸਭ ਤੇ ਉੱਚਾ। ਜਿਹੜਾ ਆਪਣੇ ਆਪ ਨੂੰ ਨੀਵਾਂ ਸਮਝਦਾ ਆ, ਸਾਰਿਆਂ ਤੋਂ ਨੀਵਾਂ ਸਮਝਦਾ ਆ, ਗੁਰੂ ਜੀ ਕਹਿੰਦੇ ਉਹ ਸਭ ਤੋਂ ਉੱਚਾ ਹੁੰਦਾ ਆ। ਤੇ ਆ ਵੀ ਇੱਕ ਬ੍ਰਹਮ ਗਿਆਨੀ ਦਾ ਗੁਣ ਏ, ਮਨ ਕਰਕੇ ਨੀਵਾਂ ਰਹਿੰਦਾ ਆ ਸਾਰਿਆਂ ਤੋਂ, ਪਰ ਹੈ ਸਭ ਤੋਂ ਉੱਚਾ ਹੈ। ਬ੍ਰਹਮ ਗਿਆਨੀ ਸੇ ਜਨ ਭਏ, ਕਹਿੰਦੇ ਜੀ ਬ੍ਰਹਮ ਗਿਆਨੀ ਕੌਣ ਬਣਦਾ ਆ? ਬ੍ਰਹਮ ਗਿਆਨੀ ਸੇ ਜਨ ਭਏ। ਬ੍ਰਹਮ ਗਿਆਨੀ ਕੌਣ ਬਣਦਾ ਆ? ਗੁਰੂ ਜੀ ਕਹਿੰਦੇ ਭਾਈ ਬ੍ਰਹਮ ਗਿਆਨੀ ਸੇ ਜਨ ਭਏ। ਕੌਣ ਬਣਿਆ ਹੈ ਬ੍ਰਹਮ ਗਿਆਨੀ? ਨਾਨਕ ਜਿਨ ਪ੍ਰਭ ਆਪ ਕਰੇ। ਸਤਿਗੁਰੂ ਜੀ ਕਹਿੰਦੇ ਭਾਈ ਜਿਹਨੂੰ ਪ੍ਰਭੂ ਨੇ ਆਪ ਕਰੇ, ਆਪ ਕਰ ਲਿਆ ਨਾ, ਆਪ ਗਿਆਨ ਦੇਤਾ, ਆਪ ਸੱਚ ਨੂੰ ਅੰਦਰ ਵਸਾਤਾ, ਆਪ ਬ੍ਰਹਮ ਦਾ ਗਿਆਨ ਦੇਤਾ, ਉਹ ਬ੍ਰਹਮ ਗਿਆਨੀ ਬਣਦਾ ਹੈ। ਬ੍ਰਹਮ ਗਿਆਨੀ ਸਗਲ ਕੀਰੀਨਾ, ਗੁਰੂ ਜੀ ਕਹਿੰਦੇ ਭਾਈ ਬ੍ਰਹਮ ਗਿਆਨੀ ਹੈ ਨਾ ਜਿਹੜਾ, ਉਹ ਸਾਰਿਆਂ ਦੀ ਧੂੜ ਬਣ ਕੇ ਰਹਿਣਾ ਚਾਹੁੰਦਾ ਆ, ਸਾਰਿਆਂ ਤੋਂ ਨੀਵਾਂ ਹੋ ਕੇ ਰਹਿੰਦਾ ਹੈ। ਆਤਮ ਰਸ ਬ੍ਰਹਮ ਗਿਆਨੀ ਚੀਨਾ। ਸਤਿਗੁਰੂ ਜੀ ਕਹਿੰਦੇ ਭਾਈ ਬ੍ਰਹਮ ਗਿਆਨੀ ਨੇ ਨਾ ਆਤਮ ਰਸ ਨੂੰ ਜਾਣ ਲਿਆ ਹੁੰਦਾ ਆ, ਜਿਸ ਕਰਕੇ ਬ੍ਰਹਮ ਗਿਆਨੀ ਸਭ ਤੋਂ ਨੀਵਾਂ ਰਹਿੰਦਾ ਹੈ। ਬ੍ਰਹਮ ਗਿਆਨੀ ਕੀ ਸਭ ਉਪਰ ਮਾਇਆ। ਗੁਰੂ ਜੀ ਕਹਿੰਦੇ ਬ੍ਰਹਮ ਗਿਆਨੀ ਦੀ ਸਾਰਿਆਂ ਤੇ ਹੀ ਮਾਇਆ ਹੁੰਦੀ ਹੈ। ਜਿਹੜਾ ਨਾਮ ਜਪਦਾ ਆ ਨਾ, ਜਿਹੜਾ ਬ੍ਰਹਮ ਦੀ ਅਵਸਥਾ 'ਚ ਪਹੁੰਚ ਜਾਂਦਾ ਆ, ਮਨ ਸਾਚਾ ਮੁਖ ਸਾਚਾ ਸੋਏ, ਪਹਿਲੇ ਨੰਬਰ ਤੇ ਗੁਰੂ ਜੀ ਨੇ ਬਚਨ ਕੀਤਾ। ਜਿਨ੍ਹਾਂ ਦੇ ਵਿੱਚ ਇਹ ਗੁਣ ਹੁੰਦੇ ਆ, ਗੁਰੂ ਜੀ ਕਹਿੰਦੇ ਉਹ ਸਭ ਤੇ ਦਇਆ ਕਰਦੇ ਨੇ, ਕਿਸੇ ਤੇ ਹਮਲਾ ਨਹੀਂ ਕਰਦੇ, ਕਿਸੇ ਤੇ ਪਾਪ ਨਹੀਂ ਕਰਦੇ, ਦਇਆ ਕਰਦੇ ਆ ਜਿਹੜੇ ਬ੍ਰਹਮ ਗਿਆਨੀ ਹਨ। ਬ੍ਰਹਮ ਗਿਆਨੀ ਤੇ ਕਛ ਬੁਰਾ ਨਾ ਭਇਆ। ਸਤਿਗੁਰੂ ਜੀ ਕਹਿੰਦੇ ਭਾਈ ਬ੍ਰਹਮ ਗਿਆਨੀ ਤੇ ਕਛ ਬੁਰਾ ਨਾ ਭਇਆ। ਬ੍ਰਹਮ ਗਿਆਨੀ ਤੇ ਕਛ ਕਦੇ ਵੀ ਕੁਝ ਵੀ ਬੁਰਾ ਨਹੀਂ ਹੁੰਦਾ, ਕਦੇ ਵੀ ਭਾਵ ਕਿ ਬ੍ਰਹਮ ਗਿਆਨੀ ਕੁਝ ਵੀ ਬੁਰਾ ਨਹੀਂ ਕਰਦਾ। ਬ੍ਰਹਮ ਗਿਆਨੀ ਸਦਾ ਸਮਦਰਸੀ। ਸਤਿਗੁਰੂ ਜੀ ਕਹਿੰਦੇ ਭਾਈ ਬ੍ਰਹਮ ਗਿਆਨੀ ਸਦਾ ਸਮਦਰਸੀ। ਗੁਰੂ ਜੀ ਕਹਿੰਦੇ ਬ੍ਰਹਮ ਗਿਆਨੀ ਦੀ ਜਿਹੜੀ ਦ੍ਰਿਸ਼ਟੀ ਹੈ ਨਾ, ਸਦਾ ਸਮਦਰਸੀ। ਸਮ ਦ੍ਰਿਸ਼ਟੀ ਭਾਵ ਕਿ ਇੱਕ ਸਮਾਨ ਦ੍ਰਿਸ਼ਟੀ ਬ੍ਰਹਮ ਗਿਆਨੀ ਦੀ ਹੁੰਦੀ ਏ, ਸਾਰਿਆਂ ਨੂੰ ਇੱਕ ਸਮਾਨ ਬ੍ਰਹਮ ਗਿਆਨੀ ਵੇਖਦਾ ਹੈ। ਬ੍ਰਹਮ ਗਿਆਨੀ ਕੀ ਦ੍ਰਿਸ਼ਟ ਅੰਮ੍ਰਿਤ ਬਰਸੀ। ਕਹਿੰਦੇ ਜੀ ਜਿਹੜੀ ਬ੍ਰਹਮ ਗਿਆਨੀ ਦੀ ਦ੍ਰਿਸ਼ਟੀ ਹੁੰਦੀ ਹੈ ਨਾ, ਬ੍ਰਹਮ ਗਿਆਨੀ ਦੀ ਦ੍ਰਿਸ਼ਟੀ ਦੇ ਵਿੱਚ ਹੀ ਅੰਮ੍ਰਿਤ ਵਰਖਦਾ ਹੈ। ਕਿੰਨਾ ਤਪ ਹੁੰਦਾ ਆ ਬ੍ਰਹਮ ਗਿਆਨੀ ਦਾ, ਕਿੰਨਾ ਭਜਨ ਹੁੰਦਾ ਆ।
ਸਤਿਗੁਰ ਜੀ ਕਹਿੰਦੇ ਭਾਈ ਬ੍ਰਹਮ ਗਿਆਨੀ ਕੀ ਦ੍ਰਿਸ਼ਟ ਅੰਮ੍ਰਿਤ ਬਰਸੀ। ਦ੍ਰਿਸ਼ਟੀ ਦੇ ਵਿੱਚ ਹੀ ਅੰਮ੍ਰਿਤ ਵਰਖਦਾ ਆ। ਜਿੱਧਰ ਵੀ ਵੇਖਦੇ ਆ, ਜਿੱਧਰ ਵੀ ਤੱਕਦੇ ਆ, ਜਿਹਦੇ ਵੱਲ ਵੀ ਨਿਗਾਹ ਕਰਦੇ ਨੇ, ਅੰਮ੍ਰਿਤ ਦੀ ਹੀ ਵਰਖਾ ਦ੍ਰਿਸ਼ਟੀ ਦੇ ਵਿੱਚੋਂ ਪ੍ਰਤੀਤ ਹੁੰਦੀ ਹੈ। ਬ੍ਰਹਮ ਗਿਆਨੀ ਬੰਧਨ ਤੇ ਮੁਕਤਾ। ਗੁਰੂ ਜੀ ਕਹਿੰਦੇ ਭਾਈ ਜਿਹੜਾ ਬ੍ਰਹਮ ਗਿਆਨੀ ਹੈ ਨਾ, ਉਹ ਬੰਧਨਾਂ ਤੋਂ ਮੁਕਤਾ, ਬੰਧਨਾਂ ਦੇ ਵਿੱਚ ਨਹੀਂ ਆਉਂਦਾ। ਨਾ ਹੀ ਬ੍ਰਹਮ ਗਿਆਨੀ ਜੰਮਦਾ ਆ ਤੇ ਨਾ ਹੀ ਮਰਦਾ ਹੈ। ਕਿਸੇ ਵੀ ਬੰਧਨ ਦੇ ਵਿੱਚ ਬ੍ਰਹਮ ਗਿਆਨੀ ਨਹੀਂ ਪੈਂਦਾ। ਬ੍ਰਹਮ ਗਿਆਨੀ ਕੀ ਨਿਰਮਲ ਜੁਗਤਾ। ਗੁਰੂ ਜੀ ਕਹਿੰਦੇ ਭਾਈ ਬ੍ਰਹਮ ਗਿਆਨੀ ਦੀ ਜਿਹੜੀ ਜੁਗਤ ਹੈ ਨਾ, ਉਹ ਨਿਰਮਲ ਹੁੰਦੀ ਹੈ। ਕਿਉਂਕਿ ਬ੍ਰਹਮ ਗਿਆਨੀ ਉਹ ਨਿਰਮਲ ਦੇ ਨਾਲ ਸੁਰਤ ਜੁੜੀ ਹੁੰਦੀ ਹੈ। ਬ੍ਰਹਮ ਗਿਆਨੀ ਦੀ ਉਸ ਅਕਾਲ ਪੁਰਖ ਦੇ ਨਾਲ। ਬ੍ਰਹਮ ਗਿਆਨੀ ਕਾ ਭੋਜਨ ਗਿਆਨ। ਗੁਰੂ ਜੀ ਕਹਿੰਦੇ ਬ੍ਰਹਮ ਗਿਆਨੀ ਦਾ ਜਿਹੜਾ ਭੋਜਨ ਹੈ ਉਹ ਗਿਆਨ ਹੈ। ਸਰੀਰ ਦਾ ਭੋਜਨ ਆ, ਪ੍ਰਸ਼ਾਦਾ ਛਕ ਲਿਆ, ਹੁਣ ਛਕ ਲਾਂਗੇ, ਸਵੇਰੇ ਫਿਰ ਛਕਾਂਗੇ, ਦੁਪਹਿਰੇ ਫਿਰ ਛਕਾਂਗੇ, ਫਿਰ ਕੱਲ ਨੂੰ। ਇਸੇ ਤਰ੍ਹਾਂ ਹੀ ਕਿਰਿਆ ਆ। ਭੋਜਨ ਛਕਣਾ 2 ਟਾਈਮ, ਕੋਈ 3 ਟਾਈਮ ਛਕਦਾ ਆ। ਸਰੀਰ ਭੋਜਨ ਤੋਂ ਬਿਨਾਂ ਨਹੀਂ ਰਹਿ ਸਕਦਾ। ਪਰ ਬ੍ਰਹਮ ਗਿਆਨੀ ਦਾ ਜਿਹੜਾ ਅਸਲ ਭੋਜਨ ਆ ਨਾ, ਮਨ ਦਾ ਭੋਜਨ ਆ, ਆਤਮਾ ਦਾ ਭੋਜਨ ਆ, ਉਹ ਦਿੰਦੇ ਆ ਜ਼ਿਆਦਾ। ਗੁਰੂ ਜੀ ਕੀ ਕਹਿੰਦੇ ਆ? ਬ੍ਰਹਮ ਗਿਆਨੀ ਕਾ ਭੋਜਨ ਗਿਆਨ। ਗਿਆਨ ਹੀ ਬ੍ਰਹਮ ਗਿਆਨੀ ਦਾ ਭੋਜਨ ਹੈ। ਗਿਆਨ ਨੂੰ ਹਾਸਲ ਕਰਨਾ, ਗਿਆਨ ਦਾ ਅਭਿਆਸ ਕਰਨਾ, ਗਿਆਨ ਨੂੰ ਵਰਤਾਣਾ, ਗਿਆਨ ਨੂੰ ਛਕਣਾ, ਇਹ ਹੀ ਬ੍ਰਹਮ ਗਿਆਨੀ ਦਾ ਅਸਲ ਭੋਜਨ ਹੈ। ਨਾਨਕ ਬ੍ਰਹਮ ਗਿਆਨੀ ਕਾ ਬ੍ਰਹਮ ਧਿਆਨ। ਗੁਰੂ ਜੀ ਕਹਿੰਦੇ ਬ੍ਰਹਮ ਗਿਆਨੀ ਦਾ ਜਿਹੜਾ ਧਿਆਨ ਹੈ ਨਾ, ਉਹ ਹਰ ਟਾਈਮ ਬ੍ਰਹਮ ਦੇ ਵਿੱਚ ਹੀ ਲੱਗਾ ਰਹਿੰਦਾ ਹੈ, ਹਰ ਵੇਲੇ ਹੀ। ਉਹ ਭਾਵੇਂ ਬ੍ਰਹਮ ਗਿਆਨੀ ਕਿਤੇ ਵੀ ਬੈਠਾ ਆ, ਉਹ ਰੱਬ ਦਾ ਪਿਆਰਾ ਕਿਤੇ ਵੀ ਬੈਠਾ ਆ, ਕੁਝ ਵੀ ਕਰਦਾ ਆ, ਪਰ ਸਤਿਗੁਰੂ ਜੀ ਕਹਿੰਦੇ ਬ੍ਰਹਮ ਗਿਆਨੀ ਦਾ ਧਿਆਨ ਹਰ ਵੇਲੇ ਹਰ ਸਮੇਂ ਬ੍ਰਹਮ ਦੇ ਵਿੱਚ ਰਹਿੰਦਾ ਹੈ।